ਅੱਜ मैं ਤੁਹਾਨੂੰ पंजाब स्कूल सिक्ख्या बोर्ड की पुस्तक वैलकम लाइफ स्वागत जिंदगी क्लास 10th ਦਾ ਪਾਠ ਨੰਬਰ 5 ਸਮਝਾਉਣ ਜਾ ਰਿਹਾ ਹਾਂ। ਪਾਠ ਦਾ ਨਾਮ ਹੈ ਉਸਾਰੂ ਸੋਚ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦੇ ਨਾਮ ਦੇ ਅਰਥ ਦੱਸ ਦਿੰਦਾ ਹਾਂ। ਉਸਾਰੂ ਸੋਚ ਭਾਵ ਅੱਗੇ ਵਧਣ ਤੇ ਵਿਕਾਸ ਕਰਨ ਦੀ ਭਾਵਨਾ ਰੱਖਣਾ। ਇਸ ਤਰ੍ਹਾਂ ਦੋਸਤੋ ਪਾਠ ਦੇ ਨਾਮ ਦਾ ਅਰਥ ਬਣਦਾ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਅਗਾਂਹ ਵਧੂ ਸੋਚ ਰੱਖਣੀ ਚਾਹੀਦੀ ਹੈ ਅਤੇ ਜ਼ਿੰਦਗੀ ਵਿੱਚ ਤਰੱਕੀ ਕਰਨੀ ਚਾਹੀਦੀ ਹੈ। ਤਾਂ ਦੋਸਤੋ ਬਾਕੀ ਪਾਠਾਂ ਦੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਦੋਸਤੋ ਇਸ ਪਾਠ ਦੇ ਕੁੱਲ 4 ਭਾਗ ਹਨ। ਪਹਿਲਾ ਭਾਗ ਦੁਨੀਆ ਵਿੱਚੋਂ ਚੰਗਾ ਚੰਗਾ ਭਾਲਣਾ ਭਾਵ ਸਕਾਰਾਤਮਕ ਸੋਚ ਦਾ ਵਿਕਾਸ ਕਰਨਾ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਦੁਨੀਆ ਚੰਗੀਆਂ ਅਤੇ ਮਾੜੀਆਂ ਚੀਜ਼ਾਂ ਨਾਲ ਭਰੀ ਪਈ ਹੈ। ਹੁਣ ਇਹ ਤਾਂ ਦੇਖਣ ਵਾਲੇ 'ਤੇ ਨਿਰਭਰ ਕਰਦਾ ਹੈ ਕਿ ਉਹ ਚੰਗੇ ਪੱਖਾਂ ਵੱਲ ਧਿਆਨ ਦਿੰਦਾ ਹੈ ਜਾਂ ਮਾੜੇ ਪੱਖਾਂ ਵੱਲ। ਇਸ ਲਈ ਜੇ ਅਸੀਂ ਜ਼ਿੰਦਗੀ ਵਿੱਚ ਤਰੱਕੀ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਹਰ ਚੀਜ਼ ਵਿੱਚੋਂ ਚੰਗਿਆਈ ਤੇ ਖੁਸ਼ੀ ਹੀ ਤਲਾਸ਼ਣੀ ਚਾਹੀਦੀ ਹੈ। ਜਿਵੇਂ ਕਿ ਮਹਾਭਾਰਤ ਵਿੱਚ ਇੱਕ ਵਾਰ ਗੁਰੂ ਦਰੋਣਾਚਾਰਿਆ ਨੇ ਦੁਰਯੋਧਨ ਨੂੰ ਸੰਸਾਰ ਵਿੱਚੋਂ ਚੰਗਾ ਬੰਦਾ ਲੱਭਣ ਲਈ ਭੇਜਿਆ, ਪਰੰਤੂ ਕਾਫੀ ਸਮੇਂ ਬਾਅਦ ਆ ਕੇ ਦੁਰਯੋਧਨ ਨੇ ਕਿਹਾ, ਗੁਰੂ ਜੀ ਮੈਨੂੰ ਕੋਈ ਚੰਗਾ ਬੰਦਾ ਨਹੀਂ ਲੱਭਿਆ। ਫਿਰ ਗੁਰੂ ਜੀ ਨੇ ਪਾਂਡਵਾਂ ਦੇ ਭਰਾ ਯੁਧਿਸ਼ਠਿਰ ਨੂੰ ਭੇਜਿਆ। ਯੁਧਿਸ਼ਠਿਰ ਥੋੜ੍ਹਾ ਸਮਾਂ ਬਾਅਦ ਆ ਕੇ ਬੋਲਿਆ, ਗੁਰੂ ਜੀ ਮੈਨੂੰ ਇਸ ਦੁਨੀਆ ਵਿੱਚ ਕੋਈ ਵੀ ਮਾੜਾ ਬੰਦਾ ਨਹੀਂ ਲੱਭਿਆ। ਤਾਂ ਦੋਸਤੋ ਮੈਨੂੰ ਉਮੀਦ ਹੈ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਜੋ ਇਨਸਾਨ ਚੰਗਾ ਹੁੰਦਾ ਹੈ ਉਸ ਨੂੰ ਕੋਈ ਮਾੜਾ ਨਜ਼ਰ ਨਹੀਂ ਆਉਂਦਾ, ਪਰੰਤੂ ਜੋ ਮਾੜਾ ਹੁੰਦਾ ਹੈ ਉਸ ਨੂੰ ਕੋਈ ਚੰਗਾ ਨਜ਼ਰ ਨਹੀਂ ਆਉਂਦਾ। ਇਹ ਤਾਂ ਸਾਡੀ ਸੋਚ ਅਤੇ ਨਜ਼ਰੀਆ 'ਤੇ ਨਿਰਭਰ ਕਰਦਾ ਹੈ। ਭਾਗ ਦੂਜਾ ਆਓ ਸਹਿਯੋਗੀ ਬਣੀਏ ਭਾਵ ਕਿ ਦੂਜਿਆਂ ਦੀ ਮਦਦ ਕਰਨੀ ਸਿੱਖੀਏ। ਲੋੜ ਅਨੁਸਾਰ ਆਪਣੇ ਅਧਿਆਪਕ ਮਾਤਾ ਪਿਤਾ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਕਰੀਏ ਅਤੇ ਜਦੋਂ ਖੁਦ ਨੂੰ ਲੋੜ ਪਵੇ ਤਾਂ ਉਹਨਾਂ ਦੀ ਮਦਦ ਜਾਂ ਸਹਿਯੋਗ ਵੀ ਲੈ ਲਈਏ ਭਾਵ ਪ੍ਰਾਪਤ ਕਰੀਏ। ਕਿਉਂਕਿ ਪੁਰਾਣੀ ਕਹਾਵਤ ਹੈ ਹੱਥ ਨੂੰ ਹੱਥ ਭਾਵ ਮਦਦ ਕਰੋ ਬਦਲੇ ਵਿੱਚ ਮਦਦ ਪਾਓ। ਤਾਂ ਦੋਸਤੋ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਸਹਿਯੋਗੀ ਬਣਨਾ ਭਾਵ ਮਦਦ ਕਰਨਾ ਅਤੇ ਲੋੜ ਅਨੁਸਾਰ ਮਦਦ ਪ੍ਰਾਪਤ ਕਰਨਾ। ਭਾਗ ਤੀਜਾ ਸਮਝ ਦਾ ਹੁਨਰ ਭਾਵ ਕਿ ਦੂਜਿਆਂ ਦੇ ਚੰਗੇ ਅਤੇ ਮਾੜੇ ਪੱਖਾਂ ਨੂੰ ਸਮਝਣ ਦੀ ਕਲਾ ਭਾਵ ਕਿ ਜੇ ਸਾਡੇ ਮਾਤਾ ਪਿਤਾ ਜਾਂ ਅਧਿਆਪਕ ਸਾਨੂੰ ਕਈ ਵਾਰ ਝਿੜਕਦੇ ਵੀ ਹਨ ਤਾਂ ਸਾਡੇ ਭਲੇ ਲਈ ਹੀ, ਪਰੰਤੂ ਜੇਕਰ ਕੋਈ ਅਜਨਬੀ ਛੋਟੇ ਬੱਚੇ ਨੂੰ ਬੜੇ ਪਿਆਰ ਨਾਲ ਪੁਚਕਾਰ ਕੇ ਚੀਜ਼ਾਂ ਚਾਕਲੇਟਾਂ ਟੌਫੀਆਂ ਆਦਿ ਦੇ ਕੇ ਬੁਲਾਵੇ ਤਾਂ ਉਸ ਦੀ ਗੰਦੀ ਸੋਚ ਅਤੇ ਸਵਾਰਥ ਨੂੰ ਪਹਿਚਾਣ ਲੈਣਾ। ਤਾਂ ਦੋਸਤੋ ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇਕਰ ਸਾਡਾ ਕੋਈ ਮਿੱਤਰ ਪਿਆਰਾ ਜਾਂ ਸਹਿਯੋਗੀ ਸਾਨੂੰ ਗੁੱਸੇ ਵਿੱਚ ਵੀ ਕੋਈ ਗੱਲ ਕਹੇ ਤਾਂ ਸਾਨੂੰ ਉਸ ਦੀ ਚੰਗਿਆਈ ਨੂੰ ਪਹਿਚਾਣ ਲੈਣਾ ਚਾਹੀਦਾ ਹੈ, ਪਰੰਤੂ ਜੇਕਰ ਕੋਈ ਦੁਸ਼ਮਣ ਵੈਰੀ ਜਾਂ ਅਜਨਬੀ ਪਿਆਰ ਨਾਲ ਆ ਕੇ ਸਾਡੇ ਤੋਂ ਕੋਈ ਮਾੜਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰੇ ਤਾਂ ਸਾਨੂੰ ਉਸ ਦੀ ਸੋਚ ਦਾ ਪਤਾ ਲਗਾ ਲੈਣਾ ਚਾਹੀਦਾ ਹੈ। ਭਾਗ 4 ਸਿਰਜਣਾਤਮਕ ਬਿਰਤੀ ਦਾ ਵਿਕਾਸ ਭਾਵ ਕੁਝ ਨਵਾਂ ਕਰਨ ਦੀ ਸੋਚ ਪੈਦਾ ਕਰਨੀ। ਹਰ ਬੱਚੇ ਅਤੇ ਵਿਅਕਤੀ ਅੰਦਰ ਕੁਝ ਨਵਾਂ ਕਰਨ ਦੀ ਸੋਚ ਹੁੰਦੀ ਹੈ, ਪਰ ਹਰ ਕੋਈ ਉਸ ਨੂੰ ਪੂਰਾ ਕਰਨ ਦਾ ਹੌਸਲਾ ਨਹੀਂ ਕਰਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰਲੇ ਹੁਨਰ ਨੂੰ ਬਾਹਰ ਕੱਢ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਖੁਦ ਵੀ ਤਰੱਕੀ ਕਰੀਏ ਤੇ ਨਾਲ ਹੀ ਸਾਡਾ ਪਰਿਵਾਰ ਸਮਾਜ ਪਿੰਡ ਤੇ ਦੇਸ਼ ਵੀ ਤਰੱਕੀ ਵੱਲ ਵਧੇ। ਤਾਂ ਦੋਸਤੋ ਮੈਨੂੰ ਉਮੀਦ ਹੈ
ਕਿ ਤੁਸੀਂ ਇਸ ਪਾਠ ਦੇ ਚਾਰੋਂ ਭਾਗ ਚੰਗੀ ਤਰ੍ਹਾਂ ਸਮਝ ਲਏ ਹੋਣਗੇ। ਹੁਣ ਮੈਂ ਤੁਹਾਨੂੰ ਇਸ ਪਾਠ ਦੇ ਪ੍ਰਸ਼ਨ ਉੱਤਰ ਅਤੇ ਕਿਰਿਆਵਾਂ ਸਮਝਾਵਾਂਗਾ। ਪਹਿਲੀ ਗਤੀਵਿਧੀ ਦੁਨੀਆ ਵਿੱਚੋਂ ਚੰਗਾ ਚੰਗਾ ਭਾਲਣਾ ਭਾਗ ਵਿੱਚੋਂ। ਗਤੀਵਿਧੀ ਨੰਬਰ 1, ਅਸੀਂ ਸਾਰੇ ਦੂਜਿਆਂ ਤੋਂ ਕੁਝ ਉਮੀਦਾਂ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਦੂਜੇ ਉਵੇਂ ਹੀ ਕਰਨ ਜਿਵੇਂ ਅਸੀਂ ਚਾਹੁੰਦੇ ਹਾਂ। ਅਧਿਆਪਕ ਵਿਦਿਆਰਥੀਆਂ ਨੂੰ ਕਹੇਗਾ ਕਿ ਉਹ ਕੋਈ 5 ਗੱਲਾਂ ਅਜਿਹੀਆਂ ਕਾਪੀਆਂ 'ਤੇ ਲਿਖਣ ਜੋ ਉਹ ਦੂਜਿਆਂ ਤੋਂ ਉਮੀਦ ਕਰਦੇ ਹਨ। ਵਿਦਿਆਰਥੀਆਂ ਉਦਾਹਰਣ ਵਜੋਂ ਹੇਠ ਲਿਖੀਆਂ ਉਮੀਦਾਂ ਲਿਖ ਸਕਦੇ ਹਨ, ਜਿਵੇਂ ਮੈਂ ਚਾਹੁੰਦਾ ਹਾਂ ਕਿ ਸਾਰੇ ਮੇਰੀ ਇੱਜ਼ਤ ਕਰਨ। ਨੰਬਰ 2, ਮੈਂ ਚਾਹੁੰਦਾ ਹਾਂ ਕਿ ਸਾਰੇ ਮੇਰੇ ਨਾਲ ਗੱਲਾਂ ਕਰਨ ਲਈ ਇੱਛੁਕ ਹੋਣ। ਇਸ ਤਰ੍ਹਾਂ ਵਿਦਿਆਰਥੀ 5 ਗੱਲਾਂ ਲਿਖ ਲੈਣਗੇ। ਹੁਣ ਅਧਿਆਪਕ ਵਿਦਿਆਰਥੀਆਂ ਨੂੰ ਪੁੱਛੇਗਾ ਕਿ ਜੇ ਤੁਸੀਂ ਦੂਜਿਆਂ ਤੋਂ ਚੰਗੀ ਉਮੀਦ ਰੱਖਦੇ ਹੋ ਤਾਂ ਦੂਜੇ ਵੀ ਤੁਹਾਡੇ ਤੋਂ ਕੁਝ ਚੰਗੀ ਉਮੀਦ ਰੱਖਦੇ ਹੋਣਗੇ। ਸਾਰੇ ਵਿਦਿਆਰਥੀ ਹਾਂ ਵਿੱਚ ਸਿਰ ਹਿਲਾਉਣਗੇ। ਹੁਣ ਅਧਿਆਪਕ ਇਹਨਾਂ 5 ਉਮੀਦਾਂ ਬਾਰੇ ਵਿਦਿਆਰਥੀਆਂ ਨੂੰ ਕਹੇਗਾ ਕਿ ਉਹ ਖੁਦ ਨੂੰ ਇਹ ਸਵਾਲ ਕਰਨ। ਨੰਬਰ 1, ਕੀ ਉਹ ਖੁਦ ਦੂਜਿਆਂ ਪ੍ਰਤੀ ਇਸ ਤਰ੍ਹਾਂ ਕਰਦੇ ਹਨ? ਤਾਂ ਵਿਦਿਆਰਥੀ ਸੋਚਣਗੇ, ਜਾਂ ਹਾਂ ਬੋਲਣਗੇ ਜਾਂ ਨਾ ਬੋਲਣਗੇ। ਜੇਕਰ ਹਾਂ ਬੋਲਣਗੇ ਤਾਂ ਉਸ ਦਾ ਕਾਰਨ ਲੱਭਣਗੇ, ਜੇਕਰ ਨਹੀਂ ਬੋਲਣਗੇ ਤਾਂ ਘੱਟੋ ਘੱਟ ਉਹ ਇਹ ਉਮੀਦ ਛੱਡ ਦੇਣਗੇ ਕਿ ਜੇਕਰ ਅਸੀਂ ਦੂਜਿਆਂ ਲਈ ਚੰਗੀ ਸੋਚ ਨਹੀਂ ਰੱਖਦੇ ਤਾਂ ਦੂਜੇ ਵੀ ਸਾਡੇ ਲਈ ਚੰਗੀ ਸੋਚ ਨਹੀਂ ਰੱਖਣਗੇ। ਨੰਬਰ 2, ਕੀ ਉਹ ਖੁਦ ਦੂਜਿਆਂ ਦੀਆਂ ਉਮੀਦਾਂ ਦੇ ਖਰੇ ਉਤਰਦੇ ਹਨ? ਤਾਂ ਇੱਥੇ ਵੀ ਵਿਦਿਆਰਥੀ ਸੋਚਣ ਲਈ ਮਜਬੂਰ ਹੋ ਜਾਵੇਗਾ। ਉਹ ਦੋਵੇਂ ਪੱਖਾਂ ਨੂੰ ਸੋਚੇਗਾ ਅਤੇ ਆਪਣੇ ਅੰਦਰ ਸੋਚ ਸ਼ਕਤੀ ਪੈਦਾ ਕਰ ਲਵੇਗਾ। ਇਸ ਤਰ੍ਹਾਂ ਅਧਿਆਪਕ ਗਤੀਵਿਧੀ 1 ਅਨੁਸਾਰ ਬੱਚਿਆਂ ਅੰਦਰ ਦੂਜਿਆਂ ਦੀ ਉਮੀਦਾਂ ਤੇ ਖਰੇ ਉਤਰਨ ਦੇ ਗੁਣ ਪੈਦਾ ਕਰ ਦੇਵੇਗਾ। ਗਤੀਵਿਧੀ ਨੰਬਰ 2, ਅਧਿਆਪਕ ਹੁਣ ਵਿਦਿਆਰਥੀ ਨੂੰ ਆਪਣੀ ਜਮਾਤ ਦੇ ਕਿਸੇ ਦੋਸਤ ਜਾਂ ਜਮਾਤੀ ਦੇ ਕੋਈ 4 ਗੁਣ ਆਪਣੀ ਕਾਪੀ ਤੇ ਲਿਖਣ ਲਈ ਕਹੇਗਾ। ਇਹ ਧਿਆਨ ਰੱਖਿਆ ਜਾਵੇ ਕਿ ਕਿਤੇ ਇਹ ਨਾ ਹੋਵੇ ਕਿ ਕੁਝ ਵਿਦਿਆਰਥੀ ਸਾਰੇ ਇੱਕੋ ਵਿਦਿਆਰਥੀ ਬਾਰੇ ਲਿਖਦੇ ਰਹਿਣ ਤੇ ਕੁਝ ਵਿਦਿਆਰਥੀਆਂ ਬਾਰੇ ਕੋਈ ਲਿਖੇ ਹੀ ਨਾ। ਇਸ ਤੋਂ ਬਾਅਦ ਅਧਿਆਪਕ ਹਰੇਕ ਵਿਦਿਆਰਥੀ ਨੂੰ ਜਮਾਤ ਵਿੱਚ ਕਿਸੇ ਦੂਜੇ ਵਿਦਿਆਰਥੀ ਦੇ ਗੁਣ ਦੱਸਣ ਲਈ ਕਹੇਗਾ। ਪੂਰੀ ਜਮਾਤ ਵਿੱਚ ਇੱਕ ਉਤਸੁਕਤਾ ਦਾ ਮਾਹੌਲ ਪੈਦਾ ਹੋਵੇਗਾ। ਹਰੇਕ ਵਿਦਿਆਰਥੀ ਆਪਣੇ ਆਪਣੇ ਗੁਣ ਸੁਣ ਕੇ ਬਹੁਤ ਖੁਸ਼ ਹੋਵੇਗਾ ਅਤੇ ਉਸ ਦੇ ਅੰਦਰ ਹੋਰ ਚੰਗਾ ਅਤੇ ਵੱਧ ਤੋਂ ਵੱਧ ਚੰਗਾ ਕਰਨ ਦੀ ਉਮੀਦ ਜਾਗੇਗੀ ਅਤੇ ਉਹ ਦੂਜਿਆਂ ਅੰਦਰ ਵੀ ਕੁਝ ਚੰਗਿਆਈ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਦੋਸਤੋ, ਇਸ ਗਤੀਵਿਧੀ ਰਾਹੀਂ ਅਧਿਆਪਕ ਦੂਜਿਆਂ ਦੇ ਚੰਗੇ ਗੁਣਾਂ ਵੱਲ ਧਿਆਨ ਦੇਣ ਅਤੇ ਮਾੜੇ ਗੁਣਾਂ ਨੂੰ ਭੁੱਲ ਜਾਣ ਦੀ ਸਿੱਖਿਆ ਦੇਵੇਗਾ। ਇਸ ਤਰ੍ਹਾਂ ਸਾਡੇ ਸਮਾਜ ਵਿੱਚ ਚਾਰੇ ਪਾਸੇ ਚੰਗਿਆਈ ਹੀ ਫੈਲਣੀ ਸ਼ੁਰੂ ਹੋ ਜਾਵੇਗੀ। ਅਗਲੀ ਕਿਰਿਆ, ਆਓ ਸਹਿਯੋਗੀ ਬਣੀਏ ਭਾਗ ਵਿੱਚੋਂ। ਕਿਰਿਆ ਕੋਈ ਵੀ ਕਿਰਿਆ ਅਧਿਆਪਕ ਦੇਵੇਗਾ ਜਿਸ ਵਿੱਚ ਉਹ 35 ਤੋਂ 40 ਮਿੰਟ ਦਾ ਸਮਾਂ ਦੇਵੇਗਾ। ਇਸ ਵਿੱਚ ਬੱਚੇ ਆਪਣੇ ਘਰ ਵਿੱਚ, ਸਕੂਲ ਵਿੱਚ ਜਾਂ ਕਿਸੇ ਨਾਲ ਵੀ ਸਹਿਯੋਗ ਕਰਕੇ ਕੀਤੇ ਗਏ ਕੰਮਾਂ ਦੀ ਫੋਟੋ ਲਗਾਵੇਗਾ। ਇਸ ਤਰ੍ਹਾਂ ਉਸ ਅੰਦਰ ਚੰਗੇ ਕੰਮ ਕਰਨ ਤੇ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੋ। ਸਹਿਯੋਗ ਕਰਦੇ ਹੋਏ ਅਧਿਆਪਕ ਬੱਚਿਆਂ ਨੂੰ ਇਹ ਦੱਸੇਗਾ ਕਿ ਪਰਿਵਾਰ ਇੱਕ ਰੁੱਖ ਵਾਂਗ ਹੈ। ਇਸੇ ਤਰ੍ਹਾਂ ਹੀ ਸਕੂਲ ਵੀ ਇੱਕ ਰੁੱਖ ਹੈ ਜਿਸ ਦੇ ਵਿੱਚ ਬਹੁਤ ਸਾਰੇ ਭਾਗ ਹੁੰਦੇ ਹਨ। ਫਿਰ ਅਧਿਆਪਕ ਬੱਚਿਆਂ ਨੂੰ ਕੁਝ ਪ੍ਰਸ਼ਨ ਪੁੱਛੇਗਾ। ਨੰਬਰ 1, ਸਕੂਲੀ ਪਰਿਵਾਰ ਦੇ ਅੰਗ ਕੌਣ-ਕੌਣ ਹੁੰਦੇ ਹਨ? ਤਾਂ ਉੱਤਰ, ਸਕੂਲੀ ਪਰਿਵਾਰ ਦਾ ਅੰਗ ਸਾਰੇ ਅਧਿਆਪਕ, ਵਿਦਿਆਰਥੀ ਅਤੇ ਹੋਰ ਮੌਜੂਦ ਕਰਮਚਾਰੀ ਹੁੰਦੇ ਹਨ। ਭਾਵ ਕਿ ਸਕੂਲ ਵਿੱਚ ਪ੍ਰਿੰਸੀਪਲ ਸਰ ਤੋਂ ਲੈ ਕੇ ਚਪੜਾਸੀ ਤੱਕ ਸਭ ਹੀ ਸਕੂਲੀ ਪਰਿਵਾਰ ਦਾ ਅੰਗ ਹਨ। ਪ੍ਰਸ਼ਨ ਨੰਬਰ 2, ਇਸ ਪਰਿਵਾਰ ਰੂਪੀ ਰੁੱਖ ਦੇ ਫੁੱਲ ਕੌਣ ਹੁੰਦੇ ਹਨ? ਤਾਂ ਦੋਸਤੋ, ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰਨ ਵਾਲੇ ਸਾਰੇ ਵਿਦਿਆਰਥੀ ਇਸ ਰੁੱਖ ਦੇ ਫੁੱਲ ਹੁੰਦੇ ਹਨ। ਤਾਂ ਇਹ ਫੁੱਲ ਬੜੇ ਸੁੰਦਰ ਹੁੰਦੇ ਹਨ ਤੇ ਖੁਸ਼ਬੂ ਵੰਡਦੇ ਹਨ। ਭਾਵ ਇਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਰੇ ਸੰਸਾਰ ਵਿੱਚ ਫੈਲ ਜਾਂਦੇ ਹਨ
ਅਤੇ ਖੁਸ਼ਬੂਆਂ ਵੰਡਦੇ ਹਨ। ਪ੍ਰਸ਼ਨ ਨੰਬਰ 3, ਇਹ ਫੁੱਲ ਆਪਣੀ ਮਹਿਕ ਕਿਵੇਂ ਫੈਲਾ ਸਕਦੇ ਹਨ? ਉੱਤਰ, ਜਦੋਂ ਇਹ ਫੁੱਲ ਭਾਵ ਵਿਦਿਆਰਥੀ ਪੜ੍ਹ ਲਿਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਨਾਮ ਕਮਾਉਂਦੇ ਹਨ ਤਾਂ ਉਹ ਮਹਿਕ ਭਾਵ ਚੰਗੇ ਗੁਣਾਂ ਨੂੰ ਫੈਲਾਉਂਦੇ ਹਨ ਅਤੇ ਆਪਣੇ ਅਧਿਆਪਕ, ਸਕੂਲ ਤੇ ਮਾਤਾ-ਪਿਤਾ ਦਾ ਨਾਮ ਚਮਕਾਉਂਦੇ ਹਨ। ਨੈਕਸਟ ਪ੍ਰਸ਼ਨ, ਕੀ ਤੁਸੀਂ ਆਪਣੇ ਪਰਿਵਾਰ ਰੂਪੀ ਰੁੱਖ ਨੂੰ ਪਿਆਰ, ਆਦਰ, ਸਤਿਕਾਰ, ਸਮਾਂ ਅਤੇ ਸਹਿਯੋਗ ਰੂਪੀ ਖਾਦ ਨਾਲ ਸਿੰਜਦੇ ਹੋ? ਜੇ ਹਾਂ ਤਾਂ ਕਿਵੇਂ ਸਹਿਯੋਗ ਦਿੰਦੇ ਹੋ? ਤਾਂ ਇਸ ਦਾ ਉੱਤਰ ਤੁਸੀਂ ਆਪਣੀ ਸਮਝ ਅਨੁਸਾਰ ਦੇਣਾ ਹੈ, ਹਾਂ ਜਾਂ ਨਹੀਂ। ਤਾਂ ਦੋਸਤੋ ਮੇਰੇ ਮੁਤਾਬਕ ਇਸ ਦਾ ਜਵਾਬ ਹਾਂ ਬਣੇਗਾ। ਤਾਂ ਕਿਵੇਂ? ਆਪਣੇ ਮਾਤਾ-ਪਿਤਾ, ਬਜ਼ੁਰਗਾਂ ਅਤੇ ਹੋਰ ਵੱਡਿਆਂ ਦਾ ਹਰ ਖੇਤਰ ਵਿੱਚ ਸਹਿਯੋਗ ਕਰਕੇ ਇਸ ਰੁੱਖ ਨੂੰ ਸਿੰਜਦੇ ਹਾਂ, ਭਾਵ ਕਿ ਅਸੀਂ ਆਪਸੀ ਸਹਿਯੋਗ ਰਾਹੀਂ ਆਪਣੇ ਇਸ ਰੁੱਖ ਨੂੰ ਹੋਰ ਵਧਣ ਫੁੱਲਣ ਵਿੱਚ ਮਦਦ ਕਰਦੇ ਹਾਂ। ਨੈਕਸਟ, ਇਕਹਿਰੇ ਸਾਂਝੇ ਨਾਨਕੇ ਅਤੇ ਦਾਦਕੇ ਪਰਿਵਾਰ ਦੇ ਵੱਧ ਤੋਂ ਵੱਧ ਮੈਂਬਰਾਂ ਨੂੰ ਦਿੱਤੇ ਸਹਿਯੋਗ ਅਤੇ ਉਹਨਾਂ ਤੋਂ ਲਏ ਸਹਿਯੋਗ ਦਾ ਵੇਰਵਾ। ਤਾਂ ਦੋਸਤੋ ਇਸ ਲੜੀ ਨੂੰ ਤੁਸੀਂ ਖੁਦ ਭਰਨਾ ਹੈ ਆਪਣੀ ਸਮਝ ਦੇ ਅਨੁਸਾਰ। ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਨੰਬਰ 1 ਭਰਿਆ ਹੈ। ਨੰਬਰ 1, ਪਰਿਵਾਰ ਦੇ ਮੈਂਬਰ ਦਾ ਨਾਂ ਪਿਤਾ ਜੀ, ਉਹਨਾਂ ਨੂੰ ਦਿੱਤਾ ਗਿਆ ਸਹਿਯੋਗ। ਬਾਗਬਾਨੀ ਸਮੇਂ ਉਹਨਾਂ ਦੀ ਮਦਦ ਕੀਤੀ, ਭਾਵ ਕਿ ਜਦੋਂ ਉਹ ਬਾਗਬਾਨੀ ਬਗੀਚੇ ਵਿੱਚ ਕੰਮ ਕਰਦੇ ਹਨ ਤਾਂ ਮੈਂ ਉਹਨਾਂ ਦਾ ਸਹਿਯੋਗ ਕਰਦਾ ਹਾਂ। ਅੱਗੇ ਜੀ, ਉਹਨਾਂ ਤੋਂ ਲਿਆ ਗਿਆ ਸਹਿਯੋਗ। ਸਕੂਲ ਦੀ ਫੀਸ ਭਰਨ ਲਈ ਪੈਸੇ ਲਏ, ਭਾਵ ਕਿ ਜਦੋਂ ਮੈਂ ਸਕੂਲ ਦੀ ਫੀਸ ਜਮ੍ਹਾਂ ਕਰਵਾਉਂਦਾ ਹਾਂ ਤਾਂ ਆਪਣੇ ਪਿਤਾ ਜੀ ਦੇ ਸਹਿਯੋਗ ਸਦਕਾ ਹੀ ਕਰਵਾ ਸਕਦਾ ਹਾਂ, ਕਿਉਂਕਿ ਮੈਂ ਤਾਂ ਪੈਸੇ ਕਮਾਉਂਦਾ ਨਹੀਂ, ਪਿਤਾ ਜੀ ਪੈਸੇ ਕਮਾਉਂਦੇ ਹਨ। ਇਸੇ ਤਰ੍ਹਾਂ ਦੋਸਤੋ ਤੁਸੀਂ ਨੰਬਰ 2, ਨੰਬਰ 3 ਆਪਣੀ ਸਮਝ ਅਨੁਸਾਰ ਭਰ ਦੇਣਾ ਹੈ। ਤੁਸੀਂ ਕੋਈ ਵੀ ਰਿਸ਼ਤਾ ਭਰ ਸਕਦੇ ਹੋ, ਭਾਵੇਂ ਆਪਣੇ ਪਰਿਵਾਰਕ ਮੈਂਬਰ ਦਾ, ਭਾਵੇਂ ਆਪਣੇ ਨਾਨਕੇ ਵਾਲੇ ਪਾਸੇ ਤੋਂ ਜਾਂ ਆਪਣੇ ਦਾਦਕੇ ਵਾਲੇ ਪਾਸੇ ਤੋਂ। ਮੈਨੂੰ ਉਮੀਦ ਹੈ ਤੁਸੀਂ ਸਾਰਾ ਚਾਰਟ ਪੂਰਾ ਕਰ ਲਵੋਗੇ। ਪ੍ਰਸ਼ਨ ਨੰਬਰ 2, ਕਿਸੇ ਦੀ ਵੀ ਮਦਦ ਕਰਕੇ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ? ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਆਪ ਉੱਤੇ ਬੜਾ ਮਾਣ ਜਾਂ ਗਰਵ ਮਹਿਸੂਸ ਕਰਦੇ ਹਾਂ। ਤਾਂ ਦੋਸਤੋ ਚੰਗਾ ਕੰਮ ਕਰਨ ਤੋਂ ਬਾਅਦ ਸਾਡੇ ਅੰਦਰ ਬਹੁਤ ਖੁਸ਼ੀ ਆਉਂਦੀ ਹੈ ਅਤੇ ਹੋਰ ਚੰਗਾ ਕਰਨ ਨੂੰ ਮਨ ਕਰਦਾ ਹੈ। ਪ੍ਰਸ਼ਨ ਨੰਬਰ 3, ਕੀ ਤੁਸੀਂ ਸਕੂਲੀ ਪਰਿਵਾਰ ਵਿੱਚ ਸਹਿਯੋਗ ਦਿੰਦੇ ਹੋ? ਹਾਂ ਜਾਂ ਨਾ? ਇਹ ਵੀ ਤੁਸੀਂ ਆਪਣੀ ਸਮਝ ਅਨੁਸਾਰ ਭਰਨਾ ਹੈ। ਤਾਂ ਮੇਰੇ ਮੁਤਾਬਕ ਇਸ ਦਾ ਜਵਾਬ ਹਾਂ ਆਵੇਗਾ। ਜੇ ਹਾਂ ਤਾਂ ਵੇਰਵਾ ਦਿਓ। ਉੱਤਰ, ਅਸੀਂ ਅਧਿਆਪਕਾਂ ਦੀ ਹਰ ਗੱਲ ਮੰਨ ਕੇ ਅਤੇ ਦਿੱਤੇ ਕੰਮਾਂ ਨੂੰ ਖੁਸ਼ੀ ਨਾਲ ਪੂਰਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣਾ ਸਹਿਯੋਗ ਦਿੰਦੇ ਹਾਂ। ਅੱਗੇ ਫਿਰ ਇੱਕ ਚਾਰਟ ਆ ਗਿਆ ਜਿਸ ਵਿੱਚ ਅਸੀਂ ਸਕੂਲੀ ਮੈਂਬਰਾਂ ਦਾ ਨਾਮ ਭਰਨਾ ਹੈ। ਜਿਵੇਂ ਕਿ ਮੈਂ ਉਦਾਹਰਨ ਦੇ ਤੌਰ ਤੇ ਨੰਬਰ 1 ਭਰਿਆ ਹੈ। ਲੜੀ ਨੰਬਰ 1, ਪਰਿਵਾਰ ਦੇ ਮੈਂਬਰ ਦਾ ਨਾਂ, ਸਕੂਲੀ ਪਰਿਵਾਰ ਦੇ ਮੈਂਬਰ ਦਾ ਨਾਂ। ਮੈਂ ਇੱਥੇ ਰਾਮ ਸਿੰਘ ਮਾਲੀ, ਭਾਵ ਕਿ ਆਪਣੇ ਸਕੂਲ ਦੇ ਮਾਲੀ ਦਾ ਨਾਮ ਭਰਿਆ ਹੈ ਜੀ। ਉਹਨਾਂ ਨੂੰ ਦਿੱਤਾ ਸਹਿਯੋਗ, ਜਦੋਂ ਬਿਮਾਰ ਹੋਏ ਸੀ ਤਾਂ ਦਵਾਈ ਲਿਆ ਕੇ ਦਿੱਤੀ ਸੀ, ਭਾਵ ਕਿ ਇੱਕ ਵਾਰ ਮਾਲੀ ਜੀ ਬਿਮਾਰ ਹੋ ਗਏ ਸਨ ਤੇ ਮੈਂ ਉਹਨਾਂ ਨੂੰ ਬਾਹਰੋਂ ਕੈਮਿਸਟ ਦੀ ਦੁਕਾਨ ਤੋਂ ਦਵਾਈ ਲਿਆ ਕੇ ਦਿੱਤੀ ਸੀ, ਉਹਨਾਂ ਤੋਂ ਲਿਆ ਗਿਆ ਸਹਿਯੋਗ। ਅਚਾਨਕ ਸਾਈਕਲ ਪੈਂਚਰ ਹੋ ਜਾਣ ਤੇ ਪੈਸੇ ਉਧਾਰ ਲਏ। ਤਾਂ ਇੱਕ ਵਾਰੀ ਮੇਰਾ ਸਾਈਕਲ ਪੈਂਚਰ ਹੋ ਗਿਆ ਸੀ ਜਿਸ ਦੇ ਲਈ ਮੇਰੇ ਕੋਲ ਪੈਸੇ ਨਹੀਂ ਸਨ ਅਤੇ ਮੈਂ ਰਾਮ ਸਿੰਘ ਜੀ ਤੋਂ ਉਧਾਰੇ ਪੈਸੇ ਲੈ ਕੇ ਆਪਣਾ ਸਾਈਕਲ ਠੀਕ ਕਰਵਾਇਆ ਸੀ। ਤਾਂ ਦੋਸਤੋ ਇਸੇ ਤਰ੍ਹਾਂ ਤੁਸੀਂ ਹੋਰ ਮੈਂਬਰਾਂ ਦੇ ਨਾਮ, ਭਾਵ ਕਿਸੇ ਅਧਿਆਪਕ ਦਾ ਨਾਮ, ਪ੍ਰਿੰਸੀਪਲ ਸਰ ਦਾ ਨਾਮ, ਕਿਸੇ ਦੋਸਤ ਦਾ ਨਾਮ, ਆਪਣੇ ਜਮਾਤੀ ਦਾ ਨਾਮ ਲਿਖ ਕੇ ਇਸ ਚਾਰਟ ਨੂੰ ਪੂਰਾ ਕਰ ਲਓਗੇ। ਪ੍ਰਸ਼ਨ ਨੰਬਰ 4, ਜਦੋਂ ਜ਼ਰੂਰਤ ਪੈਣ ਤੇ ਤੁਹਾਡੀ ਕੋਈ ਮਦਦ ਕਰਦਾ ਹੈ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ? ਜਦੋਂ ਸਾਡੀ ਜ਼ਰੂਰਤ ਵਿੱਚ ਕੋਈ ਸਾਡੀ ਮਦਦ ਕਰਦਾ ਹੈ ਤਾਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਅਸੀਂ ਉਸ ਮਦਦ ਕਰਨ ਵਾਲੇ ਵਿਅਕਤੀ ਦਾ ਅਤੇ ਪਰਮਾਤਮਾ ਦਾ ਸ਼ੁਕਰਾਨਾ ਮੰਨਦੇ ਹਾਂ, ਭਾਵ ਕਿ ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਹਾਂ
ਕਿ ਉਹਨਾਂ ਨੇ ਸਾਡੀ ਮਦਦ ਕੀਤੀ ਅਤੇ ਮਨ ਵਿੱਚ ਅਸੀਂ ਬਹੁਤ ਖੁਸ਼ੀ ਵੀ ਮਹਿਸੂਸ ਕਰਦੇ ਹਾਂ। ਨੈਕਸਟ ਗਤੀਵਿਧੀ, ਆਓ ਆਪਾਂ ਵੱਡਿਆਂ ਨੂੰ ਆਦਰ, ਸਮਾਂ ਤੇ ਸਹਿਯੋਗ ਦਈਏ। ਰੋਜ਼ਾਨਾ ਉਹਨਾਂ ਨਾਲ ਗੁਣਾਤਮਕ ਸਮਾਂ ਬਤੀਤ ਕਰੀਏ ਤਾਂ ਜੋ ਉਹ ਖੁਸ਼ੀ ਮਹਿਸੂਸ ਕਰ ਸਕਣ। ਉਹਨਾਂ ਦੇ ਦਿਲ ਦੀਆਂ ਗੱਲਾਂ ਤੇ ਪੁਰਾਣੇ ਅਨੁਭਵ ਵੀ ਸੁਣੀਏ ਤਾਂ ਜੋ ਉਹਨਾਂ ਦਾ ਮਨ ਵੀ ਹਲਕਾ ਹੋ ਸਕੇ ਤੇ ਅਸੀਂ ਉਹਨਾਂ ਦੇ ਅਨੁਭਵ ਤੋਂ ਸਿੱਖਿਆ ਲੈ ਸਕੀਏ। ਇਵੇਂ ਹੀ ਛੋਟੇ ਭੈਣ ਭਰਾ ਅਤੇ ਸਹਿਪਾਠੀਆਂ ਨਾਲ ਲੜਨਾ ਛੱਡ ਕੇ ਉਹਨਾਂ ਨੂੰ ਪਿਆਰ, ਸਮਾਂ ਤੇ ਸਹਿਯੋਗ ਦੇਈਏ। ਉਹਨਾਂ ਦੇ ਜਨਮ ਦਿਨ, ਵਰ੍ਹੇਗੰਢ ਆਦਿ ਇਸ ਢੰਗ ਨਾਲ ਮਨਾਈਏ ਜਿਸ ਨਾਲ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਵੇ। ਉਦਾਹਰਨ ਤੌਰ ਤੇ ਬਜ਼ੁਰਗ ਮੰਦਰ, ਗੁਰਦੁਆਰੇ, ਮਸਜਿਦ ਆਦਿ ਜਾਣਾ ਚਾਹੁੰਗੇ। ਛੋਟੇ ਜਾਂ ਵੱਡੇ ਭੈਣ ਭਰਾ ਕੇਕ ਆਦਿ ਕੱਟ ਕੇ ਜਨਮ ਦਿਨ ਮਨਾਉਣ ਦੇ ਚਾਹਵਾਨ ਹੋਣਗੇ। ਉਹਨਾਂ ਨੂੰ ਖੁਦ ਲੈ ਕੇ ਜਾਈਏ, ਉਹਨਾਂ ਨਾਲ ਸਮਾਂ ਬਿਤਾਈਏ ਤਾਂ ਜੋ ਆਪਸੀ ਸਤਿਕਾਰ, ਪਿਆਰ ਵਧੇ। ਪਰਿਵਾਰ ਅਤੇ ਸਮਾਜ ਦਾ ਮਾਹੌਲ ਖੁਸ਼ੀਆਂ ਅਤੇ ਖੇੜਿਆਂ ਭਰਿਆ ਹੋਵੇ। ਇਸ ਲਈ ਉਪਰਾਲਾ ਕਰੀਏ, ਕਿਸੇ ਵੀ ਤਰ੍ਹਾਂ ਦੀ ਖੁਸ਼ੀ ਮਨਾਉਂਦੇ ਪਲਾਂ ਦਾ ਚਿੱਤਰ ਚਿਪਕਾਓ। ਭਾਵ ਕਿ ਇੱਦਾਂ ਦੀ ਅਗਰ ਕੋਈ ਵੀ ਤੁਸੀਂ ਐਕਟੀਵਿਟੀ ਕੀਤੀ ਹੈ ਆਪਣੇ ਘਰ ਦੇ ਵਿੱਚ ਜਾਂ ਸਕੂਲ ਦੇ ਵਿੱਚ ਜਾਂ ਕਿਸੇ ਹੋਰ ਥਾਂ 'ਤੇ, ਤਾਂ ਤੁਸੀਂ ਉਸ ਨੂੰ ਯਾਦ ਕਰਨ ਦੇ ਤੌਰ 'ਤੇ ਦੂਜਿਆਂ ਨੂੰ ਮੋਟੀਵੇਟ ਕਰਨ ਲਈ ਇੱਥੇ ਤਸਵੀਰਾਂ ਕੱਟ ਕੇ ਚਿਪਕਾਉਣੀਆਂ ਹਨ। ਮੈਨੂੰ ਉਮੀਦ ਹੈ ਤੁਸੀਂ ਇਹ ਐਕਟੀਵਿਟੀ ਬੜੀ ਆਸਾਨੀ ਨਾਲ ਕਰ ਲਵੋਗੇ। ਅੱਗੇ ਇਹ ਚਾਰਟ ਦਿੱਤਾ ਹੋਇਆ ਹੈ, ਇੱਥੇ ਕੁਝ ਕਾਲਮ ਦਿੱਤੇ ਹੋਏ ਹਨ, ਤੁਸੀਂ ਉਹਨਾਂ ਨੂੰ ਆਪਣੀ ਸਮਝ ਅਨੁਸਾਰ ਪੂਰਾ ਕਰ ਲੈਣਾ ਹੈ। ਜਿਵੇਂ ਇਹਨਾਂ ਲਈ, ਯਾਨੀ ਕਿ ਇਹਨਾਂ ਲਈ ਤੁਸੀਂ ਕੀ ਕਰੋਗੇ? ਪਰਿਵਾਰ। ਫਿਰ ਆਇਆ ਜੀ ਅਸੀਂ ਅੱਜ ਤੋਂ ਕਿਵੇਂ ਸਹਿਯੋਗ ਕਰਾਂਗੇ? ਜ਼ਰੂਰਤ ਅਨੁਸਾਰ ਚੰਗਾ ਵਿਹਾਰ ਕਰਕੇ। ਯਾਨੀ ਕਿ ਇੱਥੇ ਤੁਸੀਂ ਸਾਰਿਆਂ ਲਈ ਸਾਰੇ ਰਿਸ਼ਤੇ ਨਾਤੇ ਜਾਂ ਕੁਝ ਪੁਆਇੰਟ ਦਿੱਤੇ ਹੋਏ ਹਨ, ਉਹਨਾਂ ਨੂੰ ਪੜ੍ਹ ਕੇ ਤੇ ਆਪਣੀ ਸਮਝ ਅਨੁਸਾਰ ਜਵਾਬ ਲਿਖ ਦੇਣੇ ਹਨ। ਕੁਝ ਕਾਲਮ ਮੈਂ ਪੂਰੇ ਕਰ ਦਿੱਤੇ ਹਨ, ਬਾਕੀ ਤੁਸੀਂ ਆਪ ਕਰ ਲਓਗੇ। ਅੱਗੇ ਸਹਿਯੋਗ ਨੂੰ ਦੱਸਦੇ ਹੋਏ ਇੱਕ ਪੋਇਮ ਦਿੱਤੀ ਗਈ ਹੈ ਜਿਸ ਦਾ ਨਾਮ ਹੈ ਆਓ ਆਨੰਦ ਮਾਣੀਏ। ਇਸ ਪੋਇਮ ਦੇ ਆਧਾਰ ਤੇ ਕੁਝ ਪ੍ਰਸ਼ਨ ਪੁੱਛੇ ਗਏ ਹਨ। ਪ੍ਰਸ਼ਨ ਨੰਬਰ 1, ਇਹ ਟੱਪੇ ਕਿਸ ਵਿਸ਼ੇ ਦੀ ਮਹੱਤਤਾ ਦੱਸਦੇ ਹਨ? ਇਹ ਟੱਪੇ ਸਹਿਯੋਗੀ ਬਣਨ, ਵੈਰ ਵਿਰੋਧ ਨੂੰ ਭੁਲਾਉਣ, ਮਿਲ ਜੁਲ ਕੇ ਰਹਿਣ, ਦੂਜਿਆਂ ਦੇ ਕੰਮ ਆਉਣ ਦੀ ਮਹੱਤਤਾ ਦੱਸਦੇ ਹਨ। ਪ੍ਰਸ਼ਨ ਨੰਬਰ 2, ਕਿਸੇ ਦੀ ਵੀ ਊਣੀ ਤਾਕਤ ਨੂੰ ਦੂਣੀ ਕਿਵੇਂ ਕੀਤਾ ਜਾਂਦਾ ਹੈ? ਉੱਤਰ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਸਮੇਂ ਉਸਦੇ ਨਾਲ ਖਲੋ ਜਾਣ ਤੇ ਉੱਤੇ ਉਸਦੀ ਖੁਸ਼ੀ ਅਤੇ ਉਸਦੀ ਤਾਕਤ ਦੂਣੀ ਹੋ ਜਾਂਦੀ ਹੈ। ਭਾਵ ਕਿ ਜਦੋਂ ਸਾਡੇ ਕਿਸੇ ਸਹਿਯੋਗੀ ਮਿੱਤਰ ਪਿਆਰੇ ਨੂੰ ਸਾਡੀ ਲੋੜ ਹੁੰਦੀ ਹੈ, ਜੇਕਰ ਅਸੀਂ ਉਸਦੇ ਮੋਢੇ ਨਾਲ ਮੋਢਾ ਜੋੜ ਕੇ ਉਸਦੇ ਨਾਲ ਖੜ ਜਾਈਏ ਤਾਂ ਉਸਦੀ ਤਾਕਤ ਦੁੱਗਣੀ ਹੋ ਜਾਂਦੀ ਹੈ। ਪ੍ਰਸ਼ਨ ਨੰਬਰ 3, ਜੇ ਅਸੀਂ ਮਿਲ ਜੁਲ ਕੇ ਨਹੀਂ ਰਹਾਂਗੇ ਤਾਂ ਸਾਡੇ ਕੀ ਨੁਕਸਾਨ ਹੋ ਸਕਦੇ ਹਨ? ਉੱਤਰ, ਜੇਕਰ ਅਸੀਂ ਮਿਲ ਜੁਲ ਕੇ ਨਹੀਂ ਰਹਾਂਗੇ ਤਾਂ ਅਸੀਂ ਤਰੱਕੀ ਨਹੀਂ ਕਰ ਸਕਾਂਗੇ ਅਤੇ ਦੁਸ਼ਮਣ ਸਾਡੀ ਇਸ ਕਮਜ਼ੋਰੀ ਦਾ ਲਾਭ ਉਠਾ ਲੈਣਗੇ। ਭਾਵ ਕਿ ਸਾਡੇ ਦੁਸ਼ਮਣ ਜਾਂ ਸਾਡੇ ਵੈਰੀ ਸਾਡੀ ਇਸ ਕਮਜ਼ੋਰੀ ਦਾ ਲਾਭ ਲੈ ਕੇ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪ੍ਰਸ਼ਨ ਨੰਬਰ 4, ਸਮਾਜ ਕਿਹਨਾਂ ਨਾਲ ਚੱਲਦਾ ਹੈ? ਸਮਾਜ ਸਹਿਯੋਗੀ ਪਰਿਵਾਰਾਂ ਅਤੇ ਸਹਿਯੋਗ ਕਰਨ ਵਾਲੇ ਲੋਕਾਂ ਕਾਰਨ ਹੀ ਚੱਲਦਾ ਹੈ, ਭਾਵ ਤਰੱਕੀ ਕਰਦਾ ਹੈ। ਜਦੋਂ ਇਹ ਸਹਿਯੋਗੀ ਲੋਕ ਖਤਮ ਹੋ ਜਾਣਗੇ ਤਾਂ ਦੇਸ਼ ਤਰੱਕੀ ਕਰਨਾ ਬੰਦ ਕਰ ਦੇਵੇਗਾ ਅਤੇ ਪਿਛਾਂਹ ਵੱਲ ਨੂੰ ਚੱਲ ਪਵੇਗਾ, ਭਾਵ ਕਿ ਨੁਕਸਾਨ ਵਾਲੇ ਪਾਸੇ ਚੱਲ ਪਵੇਗਾ। ਪ੍ਰਸ਼ਨ ਨੰਬਰ 5, ਕੌਣ ਬਾਜੀ ਨਹੀਂ ਹਾਰਦੇ? ਜਿਨ੍ਹਾਂ ਲੋਕਾਂ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦਾ ਸਹਿਯੋਗ ਮਿਲ ਜਾਂਦਾ ਹੈ ਉਹ ਕਦੇ ਬਾਜੀ ਨਹੀਂ ਹਾਰਦੇ। ਭਾਵ ਜਿਨ੍ਹਾਂ ਨੂੰ ਸਹਿਯੋਗੀ ਲੋਕ ਮਿਲ ਜਾਂਦੇ ਹਨ ਉਹ ਜ਼ਿੰਦਗੀ ਵਿੱਚ ਹਾਰਦੇ ਨਹੀਂ, ਸਗੋਂ ਜਿੱਤ ਹੀ ਹਾਸਲ ਕਰਦੇ ਹਨ। ਅਗਲੀ ਗਤੀਵਿਧੀ, ਸਮਝ ਦਾ ਹੁਨਰ ਵਿੱਚੋਂ। ਇਸ ਵਿੱਚ ਮੰਗਤ ਸਿੰਘ ਅਤੇ ਵਿਸ਼ਾਲ ਨਾਂ ਦੇ ਦੋ ਬੰਦਿਆਂ ਦੀ ਕਹਾਣੀ ਦੱਸ ਕੇ ਉਸ ਦਾ ਸਿਰਲੇਖ ਲਿਖਣ ਲਈ ਕਿਹਾ ਗਿਆ ਹੈ। ਇਸ ਕਹਾਣੀ ਦਾ ਸਿਰਲੇਖ ਬਣਦਾ ਹੈ ਪਰ ਉਪਕਾਰੀ ਬੰਦਾ। ਫਿਰ ਇਸ ਦੀ ਸੰਖੇਪ ਰਚਨਾ ਲਿਖਣ ਲਈ ਕਿਹਾ ਗਿਆ ਹੈ। ਤਾਂ ਇਸ ਦੀ ਸੰਖੇਪ ਰਚਨਾ ਲਿਖਣ ਦੇ ਨਾਲ ਬੱਚੇ ਅੰਦਰ ਸੋਚ ਸ਼ਕਤੀ ਪੈਦਾ ਹੋਵੇਗੀ ਅਤੇ ਉਹ ਵੱਡੀਆਂ ਚੀਜ਼ਾਂ ਨੂੰ ਛੋਟੇ ਤਰੀਕੇ ਨਾਲ ਕਹਿਣ ਦੀ ਆਪਣੇ ਅੰਦਰ ਕਲਾ ਪੈਦਾ ਕਰ ਲਵੇਗਾ। ਤਾਂ ਇਸ ਕਹਾਣੀ ਦਾ ਸੰਖੇਪ ਸਾਰ ਬਣਦਾ ਹੈ,
ਮੰਗਤ ਨਾਂ ਦਾ ਬੰਦਾ ਸੜਕ ਹਾਦਸੇ ਵਿੱਚ ਇੰਨਾ ਜ਼ਖਮੀ ਹੋ ਗਿਆ ਕਿ ਉਹ ਹਸਪਤਾਲ ਦੇ ਬੈੱਡ ਤੇ ਪਿਆ ਨਾ ਤਾਂ ਆਪਣੇ ਗਰਦਨ ਹਿਲਾ ਸਕਦਾ ਸੀ ਤੇ ਨਾ ਹੀ ਪਾਸਾ ਲੈ ਸਕਦਾ ਸੀ। ਉਹ ਅੰਦਰੋਂ ਬਹੁਤ ਦੁਖੀ ਸੀ, ਪਰ ਉਸਦੇ ਨਾਲ ਵਾਲੇ ਬੈੱਡ ਤੇ ਵਿਸ਼ਾਲ ਨਾਂ ਦਾ ਮਰੀਜ਼ ਸੀ। ਉਸਦੀ ਸੋਚ ਵੀ ਬਹੁਤ ਵਿਸ਼ਾਲ ਸੀ, ਭਾਵ ਬਹੁਤ ਵੱਡੀ ਸੋਚ ਸੀ ਉਸਦੀ। ਉਸਨੇ ਆਪਣੇ ਵੱਡੇ ਵਿਚਾਰਾਂ ਸਦਕਾ ਮੰਗਤ ਵਿੱਚ ਜਿਉਣ ਦੀ ਆਸ ਜਗਾ ਦਿੱਤੀ, ਪਰ ਉਹ ਆਪ ਰੱਬ ਨੂੰ ਪਿਆਰਾ ਹੋ ਗਿਆ, ਭਾਵ ਕਿ ਸਵਰਗਵਾਸ ਹੋ ਗਿਆ। ਜਦੋਂ ਮੰਗਤ ਠੀਕ ਹੋਇਆ ਅਤੇ ਉਸਨੂੰ ਪਤਾ ਲੱਗਾ ਕਿ ਵਿਸ਼ਾਲ ਤਾਂ ਅੱਖਾਂ ਤੋਂ ਅੰਨਾ ਸੀ ਅਤੇ ਆਪ ਬੜਾ ਦੁਖੀ ਸੀ, ਤਾਂ ਮੰਗਤ ਨੂੰ ਵਿਸ਼ਾਲ ਇੱਕਦਮ ਪਰਉਪਕਾਰੀ ਬੰਦਾ ਜਾਪਿਆ, ਜੋ ਖੁਦ ਦੇ ਦੁੱਖ ਭੁਲਾ ਕੇ ਮੰਗਤ ਅੰਦਰ ਜਿਉਣ ਦੀ ਆਸ ਪੈਦਾ ਕਰ ਗਿਆ ਸੀ। ਇਸ ਤਰ੍ਹਾਂ ਦੋਸਤੋ ਇਸ ਕਹਾਣੀ ਨੇ ਵਾਕਈ ਹੀ ਪਰਉਪਕਾਰ ਦੀ ਭਾਵਨਾ ਪੈਦਾ ਕਰਨ ਦੀ ਭਾਵਨਾ ਜਗਾਈ ਹੈ। ਅਗਲੀ ਗਤੀਵਿਧੀ ਸਿਰਜਣਾਤਮਕ ਬਿਰਤੀ ਦਾ ਵਿਕਾਸ ਵਿੱਚੋਂ। ਗਤੀਵਿਧੀ 1। ਇਸ ਗਤੀਵਿਧੀ ਤਹਿਤ ਵਿਦਿਆਰਥੀਆਂ ਨੂੰ ਕੋਈ ਇੱਕ ਚੀਜ਼ ਵਸਤੂ ਦਿੱਤੀ ਜਾਵੇਗੀ ਅਤੇ ਵਿਦਿਆਰਥੀ ਨੂੰ ਉਸ ਵਸਤੂ ਦਾ ਅਲੱਗ-ਅਲੱਗ ਢੰਗਾਂ ਨਾਲ ਪ੍ਰਯੋਗ ਕਰਕੇ ਦਿਖਾਉਣਾ ਹੋਵੇਗਾ, ਭਾਵ ਕਿ ਜਿਵੇਂ ਇਸ ਵਿੱਚ ਇੱਕ ਕਿਤਾਬ ਦੀ ਗੱਲ ਕੀਤੀ ਗਈ ਹੈ। ਹੁਣ ਵਿਦਿਆਰਥੀ ਇਸ ਕਿਤਾਬ ਦਾ ਪ੍ਰਯੋਗ ਕਿਵੇਂ ਕਰ ਸਕਦੇ ਹਨ, ਉਹ ਆਪਣੀ ਸੋਚ ਮੁਤਾਬਕ ਦੱਸਣਗੇ। ਜਿਵੇਂ ਕਿ ਪੜ੍ਹਨ ਲਈ ਕਿਤਾਬ ਦੀ ਵਰਤੋਂ ਆਪਣਾ ਚਿਹਰਾ ਦੇਖਣ ਲਈ ਇੱਕ ਸ਼ੀਸ਼ੇ ਵਜੋਂ, ਇਸ ਨੂੰ ਖੋਲ੍ਹ ਕੇ ਪੰਨਿਆਂ ਨੂੰ ਲਹਿਰਾਉਂਦੇ ਹੋਏ ਇੱਕ ਹੱਥ ਪੱਖੀ ਵਜੋਂ, ਹਵਾ ਲੈਣ ਲਈ ਕਿਤਾਬ ਦੀ ਵਰਤੋਂ ਮਠਿਆਈ ਵਾਲੇ ਡੱਬੇ ਵਜੋਂ, ਕਿਤਾਬ ਦੀ ਵਰਤੋਂ ਇੱਕ ਤਸਵੀਰ ਵਜੋਂ, ਕਿਤਾਬ ਦੀ ਵਰਤੋਂ ਇੱਕ ਗਿਫਟ ਦੇ ਪੈਕ ਦੇ ਤੌਰ ਤੇ। ਇਸ ਤਰ੍ਹਾਂ ਦੋਸਤੋ ਵਿਦਿਆਰਥੀ ਆਪਣੀ ਸੋਚ ਮੁਤਾਬਕ ਦੱਸਣਗੇ ਕਿ ਉਹਨਾਂ ਨੂੰ ਇਸ ਚੀਜ਼ ਦੇ ਅੰਦਰ ਹੋਰ ਮਿਲਦੀ ਜੁਲਦੀ ਕਿਹੜੀ ਚੀਜ਼ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਬੱਚੇ ਆਪਣੀ ਸੋਚ ਨੂੰ ਵਿਸ਼ਾਲ ਕਰਨਗੇ ਅਤੇ ਉਹ ਆਪਣੀ ਸੋਚ ਦੇ ਅਨੁਸਾਰ ਦੂਜੀਆਂ ਚੀਜ਼ਾਂ ਬਣਾਉਣ ਅਤੇ ਨਵੀਆਂ ਐਕਟੀਵਿਟੀ ਕਰਨ ਬਾਰੇ ਸੋਚਣਗੇ। ਗਤੀਵਿਧੀ ਨੰਬਰ 2। ਇਸ ਵਿੱਚ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਆਪਣੀ ਸੋਚ ਮੁਤਾਬਕ ਇਹਨਾਂ ਦੇ ਨਾਮ ਦੱਸਣੇ ਹਨ ਅਤੇ ਇਹਨਾਂ ਦਾ ਪ੍ਰਯੋਗ ਹੋਰ ਕਿਹੜੇ ਢੰਗਾਂ ਵਿੱਚ ਕੀਤਾ ਜਾ ਸਕਦਾ ਹੈ ਇਹ ਦੱਸਣਾ ਹੈ। ਇਸ ਤਰ੍ਹਾਂ ਬੱਚੇ ਆਪਣੇ ਅੰਦਰ ਸੋਚ ਸ਼ਕਤੀ ਪੂਰੀ ਕਰਨਗੇ ਅਤੇ ਚੀਜ਼ਾਂ ਨੂੰ ਨਵੇਂ ਢੰਗ ਨਾਲ ਪ੍ਰਯੋਗ ਕਰਨਾ ਸਿੱਖਣਗੇ। ਵਿਦਿਆਰਥੀ ਅੱਗੇ ਦਿੱਤੇ ਗਏ ਵਾਰਤਾਲਾਪ ਡਾਇਲੌਗ ਨੂੰ ਅਲੱਗ-ਅਲੱਗ ਭਾਵਾਂ ਮੂਡ ਵਿੱਚ ਬੋਲਣ ਦਾ ਅਭਿਆਸ ਕਰਨਗੇ। ਵਾਰਤਾਲਾਪ ਬੋਲਦੇ ਸਮੇਂ ਆਵਾਜ਼, ਚਿਹਰੇ ਦੇ ਹਾਵ-ਭਾਵ ਅਤੇ ਸਰੀਰਕ ਭਾਸ਼ਾ ਵਿੱਚ ਵੱਧ ਤੋਂ ਵੱਧ ਸੁਵੰਨਤਾ ਲਿਆਂਦੀ ਜਾਵੇ। ਤਾਂ ਦੋਸਤੋ ਇੱਥੇ ਇੱਕ ਡਾਇਲੌਗ ਦਿੱਤਾ ਗਿਆ ਹੈ, ਚੱਲੋ ਬਾਈ ਸਾਰੇ ਗਰਾਊਂਡ ਵਿੱਚ ਖੇਡਣ ਚੱਲੀਏ। ਤਾਂ ਇਸ ਨੂੰ ਕੁਝ ਭਾਵ ਦਿੱਤੇ ਗਏ ਹਨ, ਇਹਨਾਂ ਭਾਵਾਂ ਦੇ ਵਿੱਚ ਬੋਲਣਾ ਹੈ। ਜਿਵੇਂ ਨੰਬਰ 1 ਰੋ ਕੇ, ਨੰਬਰ 2 ਘਬਰਾ ਕੇ, ਨੰਬਰ 3 ਇੱਕੋ ਗੱਲ ਨੂੰ ਕਿਹੜੇ ਭਾਵ ਦੇ ਵਿੱਚ ਬੋਲ ਸਕਦੇ ਹਨ। ਇਸ ਤਰ੍ਹਾਂ ਬੱਚੇ ਦੇ ਅੰਦਰ ਇੱਕ ਛੁਪਿਆ ਹੋਇਆ ਕਲਾਕਾਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਵਿਦਿਆਰਥੀ ਅੰਦਰ ਕਿਹੜਾ ਗੁਣ ਹੋਵੇ, ਇਹ ਉਹ ਆਪਣੀ ਕਲਾ ਰਾਹੀਂ ਪ੍ਰਗਟ ਕਰੇਗਾ। ਤਾਂ ਮੈਨੂੰ ਉਮੀਦ ਹੈ ਦੋਸਤੋ ਤੁਸੀਂ ਇਹ ਪੁਆਇੰਟ ਸਮਝ ਗਏ ਹੋਵੋਗੇ। ਗਤੀਵਿਧੀ 3। ਇੱਥੇ ਸਾਹਿਤ, ਕਲਾ ਅਤੇ ਮਾਨਸਿਕ ਯੋਗਤਾ ਨਾਲ ਜੁੜੀਆਂ ਅਨੇਕਾਂ ਗਤੀਵਿਧੀਆਂ ਹਨ ਜੋ ਵਿਦਿਆਰਥੀ ਕਰ ਸਕਦੇ ਹਨ। ਜਿਵੇਂ ਕਿ ਵਿਦਿਆਰਥੀ ਕਿਸੇ ਘਟਨਾ, ਕਿਸੇ ਦਾ ਜੀਵਨ ਇਤਿਹਾਸ ਜਾਂ ਆਪਣੀ ਮੌਲਿਕ ਕਲਪਨਾ ਨਾਲ ਕੋਈ ਵੀ ਕਹਾਣੀ ਲਿਖ ਸਕਦੇ ਹਨ। ਨਾਟਕ, ਕਵਿਤਾ, ਨਾਵਲ ਆਦਿ ਲਿਖ ਸਕਦੇ ਹਨ। ਇੱਥੇ ਵਿਦਿਆਰਥੀਆਂ ਦੀ ਸੋਚ ਸ਼ਕਤੀ ਨੂੰ ਬਾਹਰ ਕੱਢਿਆ ਗਿਆ ਹੈ ਕਿ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਅੰਦਰ ਕੋਈ ਲੇਖਕ ਛੁਪਿਆ ਹੋਵੇ, ਕੋਈ ਗੀਤਕਾਰ ਛੁਪਿਆ ਹੋਵੇ, ਕੋਈ ਕਹਾਣੀਕਾਰ ਛੁਪਿਆ ਹੋਵੇ ਜਾਂ ਕੋਈ ਐਕਟਰ ਛੁਪਿਆ ਹੋਵੇ। ਇਸ ਤਰ੍ਹਾਂ ਬੱਚੇ ਆਪਣੇ ਮਨ ਅੰਦਰੋਂ ਭਾਵੇਂ ਉਹ ਪੇਂਟਿੰਗ ਦੇ ਜ਼ਰੀਏ, ਭਾਵੇਂ ਉਹ ਗਾਇਕੀ ਦੇ ਜ਼ਰੀਏ ਆਪਣੇ ਅੰਦਰ ਦੀ ਕਲਾ ਨੂੰ ਬਾਹਰ ਕੱਢਣਗੇ। ਇਸ ਤਰ੍ਹਾਂ ਅਧਿਆਪਕ ਵਿਦਿਆਰਥੀਆਂ ਨੂੰ ਉਹਨਾਂ ਦੀ ਕਲਾ ਨੂੰ ਜਾਣਨ ਦਾ ਇੱਕ ਮੌਕਾ ਦੇਵੇਗਾ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਇੱਕ ਰਸਤਾ ਦਿਖਾਵੇਗਾ। ਸਾਰਾਂਸ਼ ਵਿਦਿਆਰਥੀ ਲਈ ਇਹ ਗਤੀਵਿਧੀਆਂ ਕੇਵਲ ਇੱਕ ਨਮੂਨਾ ਮਾਤਰ ਹੀ ਹਨ। ਹੋਰ ਅਨੇਕਾਂ ਖੇਤਰਾਂ ਦੀਆਂ ਅਨੇਕਾਂ ਗਤੀਵਿਧੀਆਂ ਤੇ ਨਿਰੰਤਰ ਅਭਿਆਸ ਰਾਹੀਂ ਵਿਦਿਆਰਥੀ ਆਪਣੀ ਸਿਰਜਣਾਤਮਕ ਬਿਰਤੀ ਦਾ ਅਸੀਮਤ ਵਿਕਾਸ ਕਰ ਸਕਦੇ ਹਨ। ਭਾਵ ਕਿ ਵਿਦਿਆਰਥੀ ਇਹਨਾਂ ਤੋਂ ਇਲਾਵਾ ਵੀ ਬਹੁਤ ਕੁਝ ਸੋਚ ਸਕਦੇ ਹਨ ਅਤੇ ਉਹਨਾਂ ਤੇ ਅਮਲ ਕਰ ਸਕਦੇ ਹਨ। ਤਾਂ ਦੋਸਤੋ ਮੈਨੂੰ ਉਮੀਦ ਹੈ ਤੁਸੀਂ ਸਾਰਾ ਪਾਠ ਤੇ ਸਾਰੀ ਗਤੀਵਿਧੀਆਂ ਬੜੇ ਧਿਆਨ ਨਾਲ ਸਮਝ ਲਈਆਂ ਹੋਣਗੀਆਂ। ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਨੂੰ ਲਾਈਕ,
ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਦੋਸਤੋ।